यूनिट्स ऑफ फोर्स, फोर्स ਦੀਆਂ ਦੋ ਤਰ੍ਹਾਂ ਦੀ ਯੂਨਿਟਸ ਨੇ, ਇੱਕ ਹੈਗੇ ਐਬਸੋਲੂਟ ਯੂਨਿਟ ਆਫ ਫੋਰਸ, ਦੂਸਰਾ ਹੈਗਾ ਗ੍ਰੈਵੀਟੇਸ਼ਨਲ ਯੂਨਿਟਸ ਆਫ ਫੋਰਸ। ਜਿਹੜੀ ਐਬਸੋਲੂਟ ਯੂਨਿਟਸ ਆਫ ਫੋਰਸ ਆ ਗਈ, ਉਹਦੇ ਵਿੱਚ ਉਹ ਕੀ ਹੁੰਦੀ ਹੈਗੀ ਕਿ ਜੇ ਕੋਈ ਫੋਰਸ, ਠੀਕ ਆ, ਕੋਈ ਬੋਡੀ ਹੈਗੀ, ਉਹਦਾ ਯੂਨਿਟ ਮਾਸ ਹੈਗਾ, ਠੀਕ ਹੈ, ਉਹਦੇ ਵਿੱਚ ਯੂਨਿਟ ਐਕਸਲਰੇਸ਼ਨ ਪ੍ਰੋਡਿਊਸ ਕਰ ਰਹੀ ਹੈ, ਤਾਂ ਉਸ ਯੂਨਿਟ ਨੂੰ ਆਪਾਂ ਕੀ ਕਹਾਂਗੇ, ਐਬਸੋਲੂਟ ਯੂਨਿਟ ਆਫ ਫੋਰਸ ਕਹਾਂਗੇ। ਹੁਣ ਇਹ ਕੀ 'ਚ ਹੋ ਸਕਦਾ ਗਾ, ਯੂਨਿਟ ਮਾਸ ਗ੍ਰਾਮ 'ਚ ਹੋ ਸਕਦਾ ਗਾ, ਕਿਲੋਗ੍ਰਾਮ 'ਚ ਹੋ ਸਕਦਾ, ਐਕਸਲਰੇਸ਼ਨ ਕੀ 'ਚ ਹੋ ਸਕਦਾ ਗਾ, ਸੈਂਟੀਮੀਟਰ ਪਰ ਸੈਕਿੰਡ ਸਕੇਅਰ 'ਚ ਹੋ ਸਕਦਾ ਗਾ, ਠੀਕ ਹੈ ਜੀ। 1 ਗ੍ਰਾਮ, 1 ਕਿਲੋਗ੍ਰਾਮ, 1 ਸੈਂਟੀਮੀਟਰ ਪਰ ਸੈਕਿੰਡ ਸਕੇਅਰ, 1 ਮੀਟਰ ਪਰ ਸੈਕਿੰਡ ਸਕੇਅਰ ਐਕਸਲਰੇਸ਼ਨ ਹੋ ਸਕਦਾ ਗਾ, ਠੀਕ ਹੈ। ਅਤੇ ਇਹਦੇ ਅਕੋਰਡਿੰਗ ਆਪਣੇ ਕੋਲ ਦੋ ਸਿਸਟਮ ਨੇ, CGS ਅਤੇ SI, ਉਹਦੇ ਅਕੋਰਡਿੰਗ ਆਪਾਂ ਕਰਾਂਗੇ ਇਹਨੂੰ। ਅਤੇ ਪਹਿਲਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਆਪਣੇ ਕੋਲ CGS ਸਿਸਟਮ। ਹੁਣ ਆਪਣੇ ਕੋਲ ਕੀ ਹੈਗਾ, ਸੈਕੰਡ ਲਾ, ਜਿਹੜਾ ਨਿਊਟਨ ਸੈਕੰਡ ਲਾ, ਉਹ ਕੀ ਕਹਿ ਰਿਹਾ ਸੀਗਾ ਕਿ F = ma ਹੁੰਦਾ ਗਾ, ਮਤਲਬ applied net external force is equal to the product of mass of the body and acceleration produced in the body, ਠੀਕ ਹੈ। F = ma ਹੁੰਦਾ ਗਾ। ਹੁਣ ਜਿਹੜੀ ਐਬਸੋਲੂਟ ਯੂਨਿਟ ਆਫ ਫੋਰਸ ਆ CGS ਸਿਸਟਮ ਦੇ ਵਿੱਚ ਹੈਗੀ ਆ ਡਾਈਨ, ਓਕੇ ਜੀ। ਹੁਣ 1 ਡਾਈਨ ਕਿਹਦੇ ਇਕੁਅਲ ਹੋਊਗੀ, 1 ਡਾਈਨ that will be equal to, if the body of mass 1 gram, ठीक है, when we apply unit, when we apply 1 dyne force, it produce 1 centimeter per second square acceleration in a body of 1 gram mass, ठीक है। ਉਹਦੇ ਵਿੱਚ ਇਹ ਪ੍ਰੋਡਿਊਸ ਕਰੇ, ਜਿਹੜੀ ਬੋਡੀ ਦਾ ਮਾਸ 1 ਗ੍ਰਾਮ ਹੈ, ਉਹਦੇ ਵਿੱਚ 1 ਸੈਂਟੀਮੀਟਰ ਪਰ ਸੈਕਿੰਡ ਸਕੇਅਰ ਐਕਸਲਰੇਸ਼ਨ ਪ੍ਰੋਡਿਊਸ ਕਰੇ, ਉਸ ਫੋਰਸ ਨੂੰ ਆਪਾਂ ਕਹਾਂਗੇ 1 ਡਾਈਨ। ਤਾਂ 1 gram 1 centimeter per second square, that will be equal to 1 gram centimeter per second square, ਇਹ ਹੋ ਗਿਆ ਸਾਡੇ ਕੋਲ 1 ਡਾਈਨ, ਠੀਕ ਹੈ ਜੀ। ਇਹਨੂੰ ਆਪਾਂ ਡਾਈਨ ਕਹਾਂਗੇ, ਸ਼ਾਰਟ 'ਚ ਡਾਈਨ ਹੀ ਲਿਖਾਂਗੇ, ਠੀਕ ਹੈ ਜੀ। ਤਾਂ ਇਹ ਹੈਗੀ ਆਪਣੇ ਕੋਲ CGS ਸਿਸਟਮ, CGS ਸਿਸਟਮ ਦੇ ਵਿੱਚ, ਠੀਕ ਹੈ ਜੀ। CGS ਮਤਲਬ ਸੈਂਟੀਮੀਟਰ, ਗ੍ਰਾਮ ਅਤੇ ਸੈਕਿੰਡ, ਠੀਕ ਹੈ ਜੀ। ਇਹ ਹੋ ਗਈ ਆਪਣੇ ਕੋਲ ਲੈਂਥ ਦੀ ਯੂਨਿਟ, ਇਹ ਹੋ ਗਿਆ ਆਪਣੇ ਕੋਲ ਮਾਸ ਦੀ ਯੂਨਿਟ, ਇਹ ਹੋ ਗਈ ਟਾਈਮ CGS ਦੇ ਵਿੱਚ। ਹੁਣ SI ਸਿਸਟਮ 'ਚ ਕੀ ਹੋਊਗਾ, SI ਸਿਸਟਮ ਦੇ ਵਿੱਚ ਕੀ ਹੋਊਗਾ, ਉਹ ਹੋਊਗੀ ਨਿਊਟਨ। ਧਿਆਨ ਰੱਖਣਾ, ਆਪਾਂ ਨਿਊਟਨ ਇਸ ਤਰ੍ਹਾਂ ਲਿਖਣਾ ਗਾ, ਮਤਲਬ ਫਸਟ ਲੈਟਰ ਸਮੋਲ ਰੱਖਣਾ ਗਾ, ਕੈਪੀਟਲ ਨਹੀਂ ਲਿਖਣਾ। ਹੁਣ ਦੇਖੋ, ਵੈਸੇ ਤਾਂ ਨਿਊਟਨ ਸੈਂਟੈਂਸ ਦਾ ਨਾਮ ਆਪਾਂ ਨੂੰ ਇਸ ਤਰ੍ਹਾਂ ਲਿਖਣਾ ਚਾਹੀਦਾ ਗਾ, ਪਰ ਜਦੋਂ ਆਪਾਂ ਯੂਨਿਟ ਲਿਖਣੀ ਹੈਗੀ, ਯੂਨਿਟ ਦਾ ਫਸਟ ਲੈਟਰ ਸਮੋਲ ਹੋਣਾ ਚਾਹੀਦਾ ਗਾ, ਠੀਕ ਹੈ। ਤੁਸੀਂ ਕਰਕੇ ਆਏ ਹੋਵੋਗੇ ਪਿੱਛੇ, ਜਿਹੜਾ ਫਸਟ ਚੈਪਟਰ ਹੈਗਾ ਸ਼ਾਇਦ ਉਹ 'ਚ ਕਰਕੇ ਆਏ ਹੋਵੋਗੇ। ਅਤੇ ਨਿਊਟਨ ਆ ਗਈ। ਹੁਣ ਨਿਊਟਨ ਨੂੰ ਕਿਵੇਂ ਡਿਫਾਈਨ ਕਰਾਂਗੇ, 1 ਨਿਊਟਨ ਫੋਰਸ ਕਿਸੇ 'ਤੇ ਲੱਗ ਰਹੀ ਹੈਗੀ, ਠੀਕ ਹੈ। ਫੋਰਸ ਫੋਰਸ ਨੂੰ ਆਪਾਂ 1 ਨਿਊਟਨ ਕਹਾਂਗੇ ਜੇ ਆਪਣੇ ਕੋਲ ਕਿਸੇ ਬੋਡੀ ਦੇ ਵਿੱਚ ਉਹ 1 ਮੀਟਰ ਪਰ ਸੈਕਿੰਡ ਸਕੇਅਰ ਐਕਸਲਰੇਸ਼ਨ ਪ੍ਰੋਡਿਊਸ ਕਰੇ, ਉਸ ਬੋਡੀ ਦਾ ਜਿਹੜਾ ਮਾਸ ਹੈਗਾ ਉਹ 1 kg ਹੈ, 1 ਕਿਲੋਗ੍ਰਾਮ ਆ। 1 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੇਅਰ 1 ਨਿਊਟਨ ਦੇ ਇਕੁਅਲ ਹੋਊਗੀ। ਸਿੰਬਲ ਇਹਦਾ ਕੀ ਹੋਊਗਾ, ਕੈਪੀਟਲ N, 1 ਨਿਊਟਨ that will be equal to 1 kg ਮੀਟਰ ਪਰ ਸੈਕਿੰਡ ਸਕੇਅਰ, ਇਹ ਇਹਦੇ ਇਕੁਅਲ ਹੋਊਗਾ। ਤਾਂ ਇਹ ਹੋ ਗਿਆ ਆਪਣੇ ਕੋਲ SI ਸਿਸਟਮ ਦੇ ਵਿੱਚ। CGS ਦੇ ਵਿੱਚ ਵੀ ਕੀ ਹੈ ਕਿ ਡਾਈਨ ਆ। ਹੁਣ SI ਅਤੇ CGS ਸਿਸਟਮ ਦੇ ਜਿਹੜੇ ਦੋਨੇ ਯੂਨਿਟਾਂ ਨੇ, ਉਹਨਾਂ ਵਿੱਚ ਰਿਲੇਸ਼ਨ ਵੀ ਹੋਊਗਾ ਕੋਈ, ਉਹ ਆਪਾਂ ਰਿਲੇਸ਼ਨ ਫਾਈਂਡ ਆਊਟ ਕਰ ਦਿਆਂਗੇ। ਜਿਵੇਂ ਮੀਟਰ ਦੇ ਵਿੱਚ ਰਿਲੇਸ਼ਨ ਕੀ ਹੈਗਾ, ਸੈਂਟੀਮੀਟਰ ਨਾਲ 1 ਮੀਟਰ that will be equal to 100 ਸੈਂਟੀਮੀਟਰ, 100 ਸੈਂਟੀਮੀਟਰ ਦੇ ਇਕੁਅਲ ਹੁੰਦਾ। ਇਸ ਤਰ੍ਹਾਂ ਹੀ 1 ਨਿਊਟਨ ਕਿੰਨੇ ਡਾਈਨ ਦੇ ਇਕੁਅਲ ਹੁੰਦਾ ਗਾ, ਉਹ ਆਪਾਂ ਕੈਲਕੂਲੇਟ ਕਰਨਾ, ਪਤਾ ਕਰਨਾ। ਹਾਂਜੀ, 1 ਨਿਊਟਨ is equal to 1 kg ਮੀਟਰ ਪਰ ਸੈਕਿੰਡ ਸਕੇਅਰ। ਹੁਣ ਦੇਖੋ ਜੀ, 1 kg 'ਚ ਕਿੰਨਾ ਹੁੰਦਾ ਗਾ ਆਪਣੇ ਕੋਲ, 1000 ਗ੍ਰਾਮ, ਠੀਕ ਹੈ ਜੀ। ਹੁਣ ਮੀਟਰ 'ਚ ਕਿੰਨਾ ਹੁੰਦਾ ਗਾ, 100 ਸੈਂਟੀਮੀਟਰ ਇੰਟੂ ਸੈਂਟੀਮੀਟਰ, ਸੌਰੀ ਇੰਟੂ ਪਰ ਸੈਕਿੰਡ ਸਕੇਅਰ, ਠੀਕ ਹੈ ਜੀ। ਕਿੰਨਾ ਹੋ ਗਿਆ ਇਹ, 10⁵ ਗ੍ਰਾਮ ਸੈਂਟੀਮੀਟਰ
ग्राम सेंटीमीटर पर सैकेंड स्केयर। ये वाला अपने को की हैगा, ये हैगा डाइन। सो अपने को 1 न्यूटन इक्वल हो गया 10⁵ डाइन दे। ਇਹ ਰਿਲੇਸ਼ਨ ਤੁਸੀਂ ਯਾਦ ਰੱਖਣਾ ਜਦੋਂ ਵੀ ਕੈਲਕੂਲੇਟ ਕਰਨਾ ਹੈਗਾ। ਕਈ ਵਾਰੀ डाइन टू न्यूटन जाना पैंदा हैगा, न्यूटन टू डाइन जाना पैंदा हैगा, तो यह याद रखना रिलेशन। ओके, इंपॉर्टेंट रिलेशन आ गया। हुण अगला अपने को डिमेंशनल फार्मूला की होगा फोर्स का। डिमेंशनल फार्मूला वो की होगा, देखो जी जिहड़ा फोर्स आ गई ਉਹਦੇ ਵਿੱਚ ਕਿਹੜੇ ਕੁਆਂਟੀਟੀ ਨੇ, ਮਾਸ ਆ, ਮਾਸ ਦਾ ਮਤਲਬ m ਹੋ ਗਿਆ, ठीक है जी। तो एक्सेलरेशन का की होगा अपने को LT-2। सो डिमेंशनल फार्मूला की हो गया MLT-2। ओके, कई बार एक नंबर च आ सकता है वर्ड द डिमेंशनल फार्मूला ऑफ फोर्स, ये है MLT-2 और वी कैन से MLT माइनस MLT⁻²। ओके, सो ये अपने को डिमेंशनल फार्मूला का फोर्स का। अगला है अपने को ग्रेविटेशनल यूनिट। ग्रेविटेशनल यूनिट फोर्स विच की है, उधर अपने को कंडीशन की सी कि यूनिट एक्सेलरेशन प्रोड्यूस करे, है ना। पर इस केस की होगा, इस आप कहांगे 9.8 आइदर 9.8 मीटर पर सेकंड स्क्वायर एक्सेलरेशन प्रोड्यूस करे और 980 सेंटीमीटर पर सेकंड स्क्वायर एक्सेलरेशन प्रोड्यूस करे। तो वो फोर्स जे आप सीजीए सिस्टम च करिए, ठीक है, इनू आप कहेंगे ये है अपने को एक्सेलरेशन ड्यू टू ग्रैविटी। ठीक है, अर्थ की ग्रैविटी करके जो एक्सेलरेशन प्रोड्यूस होता है बॉडी के विच वो आ गया, ठीक है, एक्सेलरेशन ड्यू टू ग्रैविटी जी। तो जो अपने को किसी बॉडी से आप फोर्स लगा रहे हैं, वह यूनिट मास हैगा, तो वो अपने को एक्सेलरेशन कितना प्रोड्यूस हो रहा है, एक्सेलरेशन ड्यू टू ग्रैविटी प्रोड्यूस हो रहा है, तो उन्होंने आप कहांगे ग्रेविटेशनल यूनिट ऑफ फोर्स। तो दो तरह की यूनिटा ने, एक तो है सीजीएस, ठीक है SI। सीजीएस के आप कितनी लवांगे 980 सेंटीमीटर पर सेकंड स्क्वायर, जी की वैल्यू लवांगे SI के कितनी लवांगे जी की वैल्यू, SI के लवांगे 9.8 मीटर पर सेकंड स्क्वायर जी की वैल्यू, ठीक है, एक्सेलरेशन ड्यू टू ग्रैविटी। हम पहला आप सीजी सिस्टम कर देंगे। सीजी सिस्टम इस यूनिट को आप कहने की है कि वह नाम है ग्राम वेट। दो नाम ने सीजी के दो नाम ने, आइदर वी कैन से ग्राम वेट, ठीक है, और ग्राम फोर्स भी कह दें। सिंबल यदा की है GF। ओके, तो उही वाला फार्मूला लगाओ कि न्यूटन सैकेंड ला F = ma। तो अपने को 1 GF कह लो या कह लो 1 ग्राम वेट। हाँ जी, मास का किन्ने लेना अपने 1 ग्राम लेना है, क्योंकि सीजीएस की गल कर रहे हैं। एक्सेलरेशन कितना का, एक्सेलरेशन ड्यू टू ग्रैविटी 980 सेंटीमीटर पर सेकंड स्क्वायर। सो दैट विल बी इक्वल टू 980 सेंटीमीटर पर सेकंड स्क्वायर, फिर आजू ग्राम, सॉरी ग्राम भी होना है। सो 980 ये वाला अपने की होंगे ग्राम सेंटीमीटर पर सेकंड स्क्वायर की इक्वल होंगे 1 डाइन दे। सो ये आ गया अपने को रिलेशन, ठीक है, डाइन वर्सेस ग्राम फोर्स और ग्राम वेट, ठीक है जी। 1 ग्राम फोर्स दैट विल बी इक्वल टू 980 डाइन। हम SI सिस्टम के होगा, SI सिस्टम के एक्सेलरेशन कितना लवांगे 9.8 मीटर पर सेकंड स्क्वायर लवांगे, ठीक है। वेट कितना लवांगे बॉडी का, वेट लवांगे 1 kg, ठीक है। जी बॉडी आप एक्सेलरेशन प्रोड्यूस कराना गा वो कितनी फोर्स लगानी हैगी, जी वो फोर्स होगी उन्होंने आप 1 kg वेट कहांगे और 1 kgf कहांगे, ठीक है।
1 kgf मतलब किलोग्राम फोर्स कहांगे जे अपने को बॉडी का वेट कितना गा 1 किलोग्राम आ ਤੇ ਉਹਦੇ ਵਿੱਚ ਐਕਸਲੇਸ਼ਨ ਕਿੰਨਾ ਪ੍ਰੋਡਿਊਸ ਹੋ ਰਿਹਾ 9.8 ਮੀਟਰ ਪਰ ਸੈਕਿੰਡ ਸਕੁਅਰ ਐਕਸਲੇਸ਼ਨ ਪ੍ਰੋਡਿਊਸ ਹੋ ਰਿਹਾ ਹੈਗਾ ਸੋ ਦੈਟ ਵਿਲ ਬੀ ਇਕੁਅਲ ਟੂ 9.8 kg ਮੀਟਰ ਪਰ ਸੈਕਿੰਡ ਸਕੁਅਰ ਹੁਣ ਇਹ ਵਾਲੀ ਯੂਨਿਟ ਕੀ ਹੈ ਆਪਣੇ ਕੋਲ ਇਹ ਹੈਗੀ ਆਪਣੇ ਕੋਲ ਨਿਊਟਨ ਸੋ 1 kgf ਔਰ 1 ਕਿਲੋਗ੍ਰਾਮ weight ਇਹ ਕੀ ਨਿਕਲੂਗਾ 9.8 ਨਿਊਟਨ ਦੇ ਇਕੁਅਲ ਹੋਊ ਠੀਕ ਹੈ ਜੀ ਇਹ ਹੈਗਾ ਆਪਣੇ ਕੋਲ ਐਸਆਈ ਸਿਸਟਮ ਦੇ ਵਿੱਚ ਜਿਹੜੀ ਹੈਗੀ ग्रेविटेशनल यूनिट ऑफ फोर्स की हैगी वो किलोग्राम वेट और kgf किलोग्राम फोर्स ਹੁਣ ਰਿਲੇਸ਼ਨ ਕੀ ਹੈਗਾ ਰਿਲੇਸ਼ਨ ਬਿਟਵੀਨ kgf ਐਂਡ gf ਉਹ ਕੀ ਹੋਊਗਾ ਹੁਣ ਦੇਖੋ 1 kgf ਆਪਣੇ ਕੋਲ ਹੈਗਾਗਾ 9.8 ਨਿਊਟਨ ਓਕੇ ਜੀ ਨਿਊਟਨ ਨੂੰ 1 ਨਿਊਟਨ ਚ ਕਿੰਨੇ ਹੁੰਦੇ ਨੇ 10 ਦੇ ਪਾਵਰ 5 ਡਾਈਨ ਹੁੰਦੇ ਨੇ ਠੀਕ ਹੈ इन्हें आप सॉल्व करांगे 980 डाइन कर लो 10 to the power 3 डाइन 9 इन्हें पर लिखांगे 10 raised to the power 3 डाइन सॉरी इतने पर डाइन नहीं लिखांगे आप सिंपल लिख लो इंटू 980 डाइन ठीक है जी हम 980 डाइन की लगा 980 डाइन हैगा अपने कोल 1 gf ग्राम फोर्स और 1 ग्राम वेट इक्वल टू 980 डाइन सो ये आपको 10 रेज़ टू पावर 3 gf आ गया ठीक है या ग्राम वेट आ गया तो सिंपल जहा फार्मूला गा k फॉर किलो किलो मीनस अपना परफिक्स 10 रेज़ पावर 3 होंदा गा सो इत्थे सिंपल अपने उही ग्राम फोर्स कन्वर्ट करना सिंपल ठीक है जी सो ये आ गया अपना रिलेशन बिटवीन kgf एंड gf मतलब 1 kgf इज इक्वल टू 10 टू द पावर 3 gf जिवें अपने को किलो आगा 1 किलोग्राम कितना होंदा अपने को 10 टू द पावर 3 ग्राम होंदा बस उस तरह रिलेशन आगा ईजी रिलेशन हाँ जी जो नैक्सट आर्टिकल आप करना गा वो हैगा इंपल्स पहला मैंने रेज कर लेना तो फिर समझाना इंपल्स की होंदा इंपल्स की हैगा कि जी अपने को कोई भी फोर्स आ गई ठीक है ਉਹਦਾ ਸਮੋਲ ਟਾਈਮ ਦੇ ਵਿੱਚ ਆਪਾਂ ਨੇ ਇੰਪੈਕਟ ਦੇਖਣਾ ਗਾ ਮੈਜ਼ਰ ਕਰਨਾ ਦਾ ਐਕਸ਼ਨ ਤਾਂ ਉਹ ਉਹਨੂੰ ਕੌਣ ਮੈਜ਼ਰ ਕਰਦਾ ਉਹ ਕਰਦਾ ਇੰਪਲਸ ਠੀਕ ਆ ਇੰਪਲਸ ਦੀ ਕਿਉਂ ਜ਼ਰੂਰਤ ਪਈ ਹੁਣ ਦੇਖੋ ਇੰਪਲਸ ਦੀ ਆਪਾਂ ਨੂੰ ਤਾਂ ਜ਼ਰੂਰਤ ਪਈ ਕਿਉਂਕਿ ਜਿਹੜੀ ਫੋਰਸ ਆ ਗਈ ਉਹ ਵੈਰੀ ਸਮੋਲ ਟਾਈਮ ਵਾਸਤੇ ਲੱਗਦੀ ਹੈ ਐਕਟ ਕਰਦੀ ਹੈ ਜਿਹੜਾ ਫੋਰਸ ਦਾ ਇੰਪੈਕਟ ਹੈਗਾ ਉਹ ਵੈਰੀ ਸਮੋਲ ਟਾਈਮ ਵਾਸਤੇ ਹੁੰਦਾ ਗਾ ਸੈਕਿੰਡ ਦੂਸਰਾ ਜਿਹੜੀ ਫੋਰਸ ਆ ਗਈ ਇਸ ਥਰੂ ਟਾਈਮ ਦੇ ਅਕੋਰਡਿੰਗ ਕਾਂਸਟੈਂਟ ਨਹੀਂ ਰਹਿੰਦੀ ਹੈਗੀ ਠੀਕ ਆ वो वेरी करती हैगी जो भी स्मॉल टाइम आगा वो अकॉर्डिंग ये फोर्स सेम नहीं होंगी सो चेंज होंगी है सो इस करके आप एवरेज फोर्स लैने आगे जी एवरेज फोर्स आ गई वो कॉन्सटेंट होंगी है ठीक है हम इंपल्स में मैजर किमें करना होंगे इंपल्स में मैजर करने वास्ते आप कैलकुलेट करा फोर्स जी एवरेज फोर्स आ गई इंटू जोड़ा टाइम इंटरवल जिन्ने टाइम इंपैक्ट रहा जा मतलब होएगा ठीक है लगन तक ठीक है जी जो इंपैक्ट आ वो टाइम वैरी स्मॉल टाइम होंगे ये होंगे इंपल्स इंपल्स में आप आम तौर पर कई बुक्स वाले आई वैक्टर नाल लिखते हैं कि कई बुक्स वाले जे वैक्टर नाल लिखते हैं ठीक है जी जो भी थोड़ा दिल करता वो लिख लियो पर एक बार दस दिओ भी ये जे वैक्टर की है इंपल्स है आई वैक्टर की है इंपल्स है ठीक है सो मैं आई वैक्टर यूज करूँगा तो इनू आप इंपल्स कह दें इंपल्स में आप कैलकुलेट करा फोर्स इंटू ਜਿਹੜਾ टाइम आगा ओके वो इंपल्स होगा ਹੁਣ इंपल्स ਤੇ ਜਿਹੜਾ ਆਪਣੇ ਕੋਲ इंपल्स ਤੇ मोमेंटम ਦਾ ਜੇ ਆਪਾਂ ਕਹਿ ਸਕਦੇ ਹਾਂ ਕਿ इंपल्स ਤੇ मोमेंटम ਦਾ ਰਿਲੇਸ਼ਨ ਕੀ ਹੈਗਾ ਠੀਕ ਆ ਉਹਨੂੰ ਕਿਵੇਂ ਕੈਲਕੂਲੇਟ ਕਰਾਂਗੇ ਉਹਦੇ ਲਈ ਆਪਣੇ ਕੋਲ ਨਿਊਟਨ ਦਾ ਜਿਹੜਾ ਸੈਕੰਡ ਲਾ ਉਹ ਕੀ ਕਹਿ ਰਿਹਾ ਸੀਗਾ ਨਿਊਟਨ ਦਾ ਸੈਕੰਡ ਲਾ ਕੀ ਕਹਿ ਰਿਹਾ ਸੀਗਾ ਆਪਣੇ ਕੋਲ ਦ ਟਾਈਮ ਰੇਟ ਚੇਂਜ ਆਫ मोमेंटम ਠੀਕ ਆ ਉਹ ਕੀ ਹੈਗਾ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਅਪਲਾਈਡ ਨੈਟ ਫੋਰਸ ਔਨ ਦਾ ਬੋਡੀ मतलब टाइम रेट चेंज ऑफ मोमेंटम ये होगा डी ओवर डी ठीक है पी की है अपने को मोमेंटम ऑफ द बॉडी है उस समय जो फोर्स लग रही है ठीक है इतों आप कैलकुलेट करा डी पी वैक्टर
मतलब चेंज इन मोमेंटम। ओके, दिस इज जीपी मतलब चेंज इन मोमेंटम। ठीक है जी। ਹੁਣ ਮੰਨ ਲਓ ਕੀ ਹੈਗਾ, ਜਿਹੜੇ ਟਾਈਮ ਹੈਗਾ, ਜਿਹੜੀ ਫੋਰਸ ਆ ਗਈ ਉਹ T1 to T2 ਲੱਗ ਰਹੀ ਹੈਗੀ, ਇਸ ਟਾਈਮ ਦੇ ਵਿਦਨ ਲੱਗ ਰਹੀ ਹੈਗੀ T1 to T2, ਤੇ ਜਿਹੜਾ ਮੋਮੈਂਟਮ ਹੈਗਾ ਉਹ P1 ਵੈਕਟਰ to P2 ਬੋਡੀ ਦਾ ਚੇਂਜ ਹੋ ਗਿਆ, P1 to P2 ਚੇਂਜ ਹੋ ਗਿਆ। ਓਕੇ, ਸੋ ਕੀ ਹੋਊਗਾ ਆਪਣੇ ਕੋਲ, ਜਿਹੜੀ ਫੋਰਸ ਆ ਇੱਥੇ ਆਪਾਂ ਇਸ ਕੇਸ 'ਚ ਫੋਰਸ ਰੱਖਾਂਗੇ ਕਾਂਸਟੈਂਟ। ਫੋਰਸ ਨੂੰ ਆਪਾਂ ਸਪੋਜ਼ ਕਰਾਂਗੇ ਵੀ ਜਿਹੜੀ ਫੋਰਸ ਆ ਗਈ ਇਨ ਦਿਸ ਟਾਈਮ ਇੰਟਰਵਲ, ਇਹ ਕੀ ਆ ਗਈ ਕਾਂਸਟੈਂਟ ਰਹੂਗੀ, ਇਹ ਆਪਾਂ ਸਪੋਜ਼ ਕਰ ਲਿਆ। ਠੀਕ ਹੈ, ਵੈਸੇ ਤਾਂ ਕਾਂਸਟੈਂਟ ਨਹੀਂ ਰਹਿੰਦੀ, ਪਰ ਆਪਾਂ ਨੇ ਫॉर ਡੈਰੀਵੇਸ਼ਨ ਆਪਾਂ ਸਪੋਜ਼ ਕਰ ਲਿਆ ਵੀ ਇਹ ਕਾਂਸਟੈਂਟ ਰਹੂਗੀ। ਓਕੇ, ਸੋ ਆਪਾਂ ਕਰਾਂਗੇ ਹੁਣ ਇੰਟੀਗ੍ਰੇਸ਼ਨ P1 ਵੈਕਟਰ ਟੂ P2, ਇਹ ਇੰਟੀਗ੍ਰੇਸ਼ਨ। ਠੀਕ ਹੈ ਜੀ, ਇੰਟੀਗ੍ਰੇਸ਼ਨ ਦਾ ਮਤਲਬ ਕਿਸੇ ਟਾਈਮ ਲਿਮਿਟ ਦੀ ਜਾਂ ਕਿਸੇ ਵੀ ਲਿਮਿਟ ਦੇ ਅਕੋਰਡਿੰਗ ਆਪਾਂ ਕੈਲਕੂਲੇਟ ਕਰਨ ਵਾਸਤੇ ਆਪਾਂ ਇੰਟੀਗ੍ਰੇਟ ਯੂਜ਼ ਕਰ ਦਿਆਂਗੇ। ਠੀਕ ਹੈ, ਸੋ ਇੱਧਰ ਆ ਗਈ ਆਪਣੇ ਕੋਲ ਐਫ ਵੈਕਟਰ dt, ਇੱਧਰ ਕੀ ਹੈਗਾ, ਕਿਹਦੇ ਵਿਦ ਰਿਲੇਟ ਕਰ, ਇੱਥੇ ਕਿਹਦੇ ਰਿਲੇਟ ਕਰ ਰਹੇ ਆਪਾਂ, ਮੋਮੈਂਟਮ ਦੀ। ਓਕੇ, ਸੋ ਇਹਨੂੰ ਆਪਾਂ ਇੰਟੀਗ੍ਰੇਟ ਕਰਾਂਗੇ, ਸਿੰਪਲ ਉਰੇ ਕੀ ਆ ਜਾਊਗਾ p ਵੈਕਟਰ। ਠੀਕ ਹੈ, P1 ਵੈਕਟਰ ਜਿਹੜੀ ਲੋਅਰ ਲਿਮਟ ਆ, P2 ਕੀ ਆ ਗਈ ਅਪਰ ਲਿਮਟ ਆ। ਠੀਕ ਹੈ ਜੀ, ਇਹ ਇਸ ਤਰ੍ਹਾਂ ਲਿਖਣੀ ਹੈ। ਹੁਣ f ਕੀ ਆ ਗਈ ਸਾਡੇ ਕੋਲ ਕਾਂਸਟੈਂਟ ਆ, ਜਦੋਂ ਕਾਂਸਟੈਂਟ ਹੋਵੇ ਉਹ ਇੰਟੀਗ੍ਰੇਸ਼ਨ ਤੋਂ ਬਾਹਰ ਨਿਕਲ ਜਾਂਦੀ ਹੈ, ਤਾਂ T1 T2 dt ਰਹਿ ਗਿਆ। ਓਕੇ, ਇਹਨੂੰ ਆਪਾਂ ਜੋ ਸੋਲਵ ਕਰਨਾ, ਤਾਂ ਆਪਣੇ ਕੋਲ ਕੀ ਆਊਗਾ, ਪਹਿਲਾਂ ਅਪਰ ਲਿਮਟ ਭਰਨੀ ਹੈ, ਫਿਰ ਮਾਈਨਸ ਲੋਅਰ ਲਿਮਟ ਭਰਨੀ, ਕਿੱਥੇ ਭਰਨੀ ਹੈ, p ਦੀ ਜਗ੍ਹਾ ਤੇ। ਠੀਕ ਹੈ, ਜਿੱਥੇ p ਹੈਗਾ ਉੱਥੇ ਭਰਨਾ ਹੈ। ਹਾਂਜੀ, f ਵੈਕਟਰ ਇੱਥੇ ਕੀ ਆਊਗਾ, ਹੁਣ ਦੇਖੋ dt ਹੈਗਾ, ਜਦੋਂ ਉਰੇ ਕੁਝ ਵੀ ਨਾ ਹੋਵੇ ਤਾਂ ਕੀ ਹੋਊਗਾ, t ਇਹਦਾ ਆਨਸਰ ਆਊਗਾ। ਓਕੇ, T1 T2 P2 minus P1 that will be equal to f vector। ਓਕੇ, ਸੋ ਹੁਣ ਕੀ ਪਹਿਲਾਂ ਭਰਨਾ ਆਪਾਂ ਅਪਰ ਲਿਮਟ, t ਦੀ ਜਗ੍ਹਾ ਤੇ ਮੈਂ T2 ਲਿਖੂੰਗਾ, ਫਿਰ ਮਾਈਨਸ ਲੋਅਰ ਲਿਮਟ T1। ਓਕੇ, ਇਹ ਆਪਣੇ ਕੋਲ ਡੈਲਟਾ t ਹੈਗਾ, ਤਾਂ P2 minus P1 f ਵੈਕਟਰ ਇੰਟੂ ਡੈਲਟਾ t। ਡੈਲਟਾ t ਮੀਨਸ ਜਿਹੜਾ ਸਮੋਲ ਇੰਟਰਵਲ ਟਾਈਮ ਹੈਗਾ। ਠੀਕ ਆ, ਸਮੋਲ ਜਿੱਥੋਂ ਫੋਰਸ ਐਕਟ ਕਰਦੀ ਹੈਗੀ, ਫੋਰਸ ਕਿੱਥੋਂ ਕਰਦੀ ਹੈ T1 to T2 ਤੱਕ ਐਕਟ ਕਰਦੀ ਹੈਗੀ। ਸੋ ਟਾਈਮ ਕਿੰਨਾ ਹੋ ਗਿਆ, T2 minus T1, that will be delta t। ਓਕੇ, ਹੁਣ f ਇੰਟੂ ਡੈਲਟਾ t ਕੀ ਆਪਣੇ ਕੋਲ, ਇੰਪਲਸ ਆ ਗਿਆ। ਸੋ ਇਹ ਕੀ ਆ ਗਿਆ ਆਪਣੇ ਕੋਲ, ਇੰਪਲਸ ਦਾ ਫਾਰਮੂਲਾ ਆ ਗਿਆ। ਇੰਪਲਸ ਮੀਨਸ ਕੀ ਆ ਗਿਆ ਆਪਣੇ ਕੋਲ, ਤਾਂ ਚੇਂਜ ਇਨ ਦਾ ਮੋਮੈਂਟਮ। ਓਕੇ, ਚੇਂਜ ਇਨ ਦਾ ਮੋਮੈਂਟਮ ਆ ਗਿਆ। ਕੀ ਆ ਗਿਆ ਆਪਣੇ ਕੋਲ, ਇੰਪਲਸ ਚੇਂਜ ਇਨ ਮੋਮੈਂਟਮ ਆ ਗਿਆ। ਕਈ ਵਾਰੀ ਇਸ ਆਰਟੀਕਲ ਨੂੰ ਆਪਾਂ ਇੰਪਲਸ ਮੋਮੈਂਟਮ ਥਿਊਰਮ ਵੀ ਕਹਿ ਦਿੰਦੇ ਹਾਂ, ਇੰਪਲਸ ਮੋਮੈਂਟਮ ਥਿਊਰਮ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਤਾਂ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ, ਜੇ ਸਾਨੂੰ ਚੇਂਜ ਇਨ ਮੋਮੈਂਟਮ ਪਤਾ ਲੱਗ ਗਿਆ ਤਾਂ ਅਸੀਂ ਇੰਪਲਸ ਕੱਢ ਸਕਦੇ ਹਾਂ, ਸਿੰਪਲ। ਓਕੇ, ਜਾਂ ਸਾਨੂੰ ਇੰਟਰਵਲ ਪਤਾ ਲੱਗ ਗਿਆ ਤੇ ਫੋਰਸ ਪਤਾ ਲੱਗ ਗਈ। ਹੁਣ ਜਿਹੜੀ ਫੋਰਸ ਆ ਗਈ ਉਸ ਮੈਂ ਕੀ ਕਿਹਾ ਵੀ ਕਾਂਸਟੈਂਟ ਨਹੀਂ ਰਹਿਣੀ, ਕਈ ਕੇਸਾਂ 'ਚ ਕਾਂਸਟੈਂਟ ਨਹੀਂ ਰਹਿੰਦੀ, ਸੋ ਇਹਨੂੰ ਇੱਥੇ ਆਪਾਂ ਲਿਖਾਂਗੇ ਐਵਰੇਜ ਫੋਰਸ। ਸੋ ਇਹਨੂੰ ਆਪਾਂ ਚੇਂਜ ਕਰ ਦਾਂਗੇ ਐਫ ਨੂੰ ਐਵਰੇਜ ਫੋਰਸ ਨਾਲ। ਸੋ ਦੈਟ ਦਿਸ ਇਜ਼ ਦਾ ਫਾਰਮੂਲਾ ਆਫ ਇੰਪਲਸ, impulse is equal to the change in the momentum of the body। ठीक है, ओके जी, ये याद रखना ਆਪਾਂ ਨੇ। ਅਗਲਾ ਹੈਗਾ ਆਪਣੇ ਕੋਲ ਨਿਊਟਨ ਦਾ ਥਰਡ ਲਾ। ਹਾਂਜੀ, ਨਿਊਟਨ ਦਾ ਥਰਡ ਲਾ ਕੀ ਕਹਿ ਰਿਹਾ ਹੈਗਾ ਆਪਣੇ ਕੋਲ, ਕਿ ਜੋ ਵੀ ਕੋਈ ਵੀ ਐਕਸ਼ਨ ਹੁੰਦਾ ਵਾ, ਠੀਕ ਆ, ਉਹਦੇ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਵੀ ਹੋਊਗਾ ਹੀ ਹੋਊਗਾ। ਠੀਕ ਆ, ਇਹ ਆ ਨਿਊਟਨ ਦਾ ਥਰਡ ਲਾ। ਹੁਣ ਇਹਦੀ ਐਕਸਪਲੇਨੇਸ਼ਨ ਮੈਂ ਕਰ ਦਾਂਗਾ, ਇੱਕ ਮਿੰਟ ਮੈਨੂੰ ਰੇਜ਼ ਕਰ ਲੈਣ ਦਿਓ। ਹਾਂਜੀ, ਕਿ ਆਪਣੇ ਕੋਲ ਫੋਰ ਐਗਜ਼ਾਮਪਲ ਇਹ ਕੋਈ ਬੋਡੀ ਹੈਗੀ। ਠੀਕ ਆ, ਬੋਡੀ ਇਹ ਹੈਗੀ। ਓਕੇ, ਇਹ ਅਰਥ ਦੇ ਸਰਫੇਸ 'ਤੇ ਪਈ ਹੈਗੀ, ਜੇ ਅਰਥ ਦੇ ਸਰਫੇਸ 'ਤੇ ਪਈ ਹੈ ਤਾਂ ਇਹਦਾ ਵੇਟ ਕੀ ਹੈਗਾ, ਨੀਚੇ ਨੂੰ ਲੱਗੂਗਾ। ਵੇਟ ਕੀ ਹੁੰਦਾ ਹੈਗਾ ਆਪਣੇ ਕੋਲ, W ਇਜ਼ ਇਕੁਅਲ ਟੂ mg। ਠੀਕ ਆ, ਬੋਡੀ ਦਾ ਵੇਟ ਨੀਚੇ ਨੂੰ ਐਕਟ ਕਰ ਰਿਹਾ। ਹੁਣ ਇਹ ਫੋਰਸ ਲੱਗ ਰਹੀ ਹੈ, ਕਿਹਦੇ 'ਤੇ ਲੱਗ ਰਹੀ ਹੈਗੀ, ਸਰਫੇਸ 'ਤੇ। ਠੀਕ ਆ, ਕਿਹਦੇ ਸਰਫੇਸ 'ਤੇ, ਅਰਥ 'ਤੇ।
ਤਾਂ ਅਰਥ ਦੀ ਸਰਫੇਸ ਕੀ ਪ੍ਰੋਵਾਈਡ ਕਰੂਗਾ ਉਹਨੂੰ, ਨਾਰਮਲ ਰਿਐਕਸ਼ਨ ਪ੍ਰੋਵਾਈਡ ਕਰੂਗਾ ਆਰ, ਉਹ ਕਿਦੋਂ ਲੱਗੂਗਾ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਠੀਕ ਹੈ, W ਵੈਕਟਰ ਦੇ ਇਕੁਅਲ ਬਟ ਇਨ ਆਪੋਜ਼ਿਟ ਡਾਇਰੈਕਸ਼ਨ, ਮੈਗਨੀਟਿਊਡ ਚ ਇਕੁਅਲ। ਹੁਣ ਕੀ ਹੋ ਰਿਹਾ ਹੈਗਾ, ਐਕਸ਼ਨ ਕੀ ਹੈਗਾ, ਐਕਸ਼ਨ ਹੈਗਾ ਵੇਟ, ਉਹਦੇ ਇਕੁਅਲ ਐਂਡ ਆਪਰੇਟਰ ਕੀ ਹੋਇਆ, ਸਾਨੂੰ ਨਾਰਮਲ ਰਿਐਕਸ਼ਨ ਮਿਲਿਆ। ਓਕੇ, ਇਹ ਹੈਗਾ ਨਿਊਟਨ ਥਰਡ ਲਾ। ਸਿਮਿਲਰਲੀ ਜੇ ਕੋਈ ਦੋ ਬੋਡੀਜ਼ ਨੇ ਆਪਣੇ ਕੋਲ, ਜਿਵੇਂ ਇੱਥੇ ਡਾਇਗਰਾਮ ਬਣਾਈ ਹੈਗੀ, ਇਹ ਆਪਣੇ ਕੋਲ A ਬੋਡੀ ਆ, ਇੱਥੇ ਕੋਈ ਬੋਡੀ B ਹੈਗੀ, A ਬੋਡੀ ਇਹਦੇ ਤੇ ਫੋਰਸ ਲਗਾ ਰਹੀ ਹੈ FAB ਵੈਕਟਰ, ਤਾਂ ਕੀ ਹੈਗਾ, ਇਹ ਆਪਾਂ ਨੂੰ ਨਾਰਮਲ ਰਿਐਕਸ਼ਨ ਪ੍ਰੋਵਾਈਡ ਕਰੂਗੀ FBA, ਜਾਂ ਆਪਣੇ ਕੋਲ ਰਿਐਕਸ਼ਨ ਜਿਹੜਾ ਹੋਊਗਾ, ਇਹ ਹੋ ਗਿਆ ਆਪਣੇ ਕੋਲ ਐਕਸ਼ਨ, ਠੀਕ ਹੈ, ਇਹ ਹੋ ਗਿਆ ਆਪਣੇ ਕੋਲ ਰਿਐਕਸ਼ਨ, ਬਟ ਕੀ ਹੋਊਗਾ, ਕੰਡੀਸ਼ਨ ਕੀ ਹੈਗੀ, ਦੋਨੇ ਇਕੁਅਲ ਹੋਣਗੇ ਬਟ ਇਨ ਆਪੋਜ਼ਿਟ ਇੰਟਰੈਕਸ਼ਨ ਹੋਣਗੇ। ਇਹ ਹੈਗਾ ਨਿਊਟਨ ਥਰਡ ਲਾ, ਠੀਕ ਹੈ ਜੀ, ਨਿਊਟਨ ਥਰਡ ਲਾ। ਹੁਣ ਉਹਦੀਆਂ ਹੋਰ ਕਾਫੀ ਸਾਰੀਆਂ ਐਗਜ਼ਾਮਪਲਸ ਨੇ, ਜਿਵੇਂ ਆਪਾਂ ਵਾਕਿੰਗ ਕਰਦੇ ਆਂਗੇ ਜਾਂ ਤੁਰਦੇ ਆਂਗੇ, ਠੀਕ ਆ, ਉਦੋਂ ਵੀ ਸਾਨੂੰ ਇਹ ਰਿਐਕਸ਼ਨ ਮਿਲਦਾ ਹੈਗਾ। ਦੇਖੋ ਕਿਵੇਂ, ਜਦੋਂ ਆਪਣੇ ਕੋਲ ਫੁੱਟ ਸਟੈਪ ਹੈਗਾ, ਆਹ ਮੰਨ ਲਓ ਫੁੱਟ ਸਟੈਪ ਹੈਗਾ, ਠੀਕ ਹੈ, ਆਪਾਂ ਕੀ ਹੈਗਾ, ਫੋਰਸ ਇੱਧਰ ਨੂੰ, ਠੀਕ ਹੈ, ਫੋਰਸ ਲਗਾਉਂਦੇ ਇੱਧਰ ਨੂੰ, ਪੁਸ਼ ਕਰਦੇ ਹਾਂ, ਠੀਕ ਹੈ, ਗਰਾਊਂਡ ਨੂੰ। ਓਕੇ, ਸਾਨੂੰ ਨਾਰਮਲ ਰਿਐਕਸ਼ਨ ਕਿੱਧਰ ਨੂੰ ਮਿਲੂਗਾ, ਇੱਧਰ ਨੂੰ ਮਿਲੂਗਾ, ਕਿੱਧਰ ਨੂੰ ਮਿਲੂਗਾ, ਇੱਧਰ ਨੂੰ ਮਿਲੂਗਾ। ਹਾਂਜੀ, ਫੋਰਸ ਤਾਂ ਨੀਚੇ ਕੀ ਹੋ ਗਿਆ, ਆਪਣਾ ਕੋਲ ਫੋਰਸ ਇੱਧਰ ਨੂੰ ਲੱਗ ਗਿਆ ਨਾ, ਤਾਂ ਨਾਰਮਲ ਰਿਐਕਸ਼ਨ ਕੀ ਹੋਊਗਾ, ਇਹਦੇ ਵੀ ਦੋ ਕੰਪੋਨੈਂਟ ਹੋਣਗੇ, ਠੀਕ ਹੈ, ਨਾਰਮਲ ਰਿਐਕਸ਼ਨ ਸਾਨੂੰ ਮਿਲੂਗਾ, ਸਰਫੇਸ ਦੇ ਨਾਰਮਲ ਲੈਣਾ ਆਪਾਂ ਨੇ, ਇਹ ਇੱਧਰ ਨੂੰ, ਠੀਕ ਹੈ, ਵੈਸੇ ਤਾਂ ਆਪਾਂ ਨੂੰ ਕਿੱਧਰ ਮਿਲਣਾ ਚਾਹੀਦਾ ਹੈਗਾ, ਨਾਰਮਲ ਰਿਐਕਸ਼ਨ ਇੱਧਰ ਨੂੰ ਮਿਲਣਾ ਚਾਹੀਦਾ, ਠੀਕ ਹੈ, ਇਹ ਨਾਰਮਲ ਰਿਐਕਸ਼ਨ ਮਿਲੂਗਾ ਆਪਾਂ ਨੂੰ, ਇਕੁਅਲ ਐਂਡ ਆਪੋਜ਼ਿਟ। ਓਕੇ ਜੀ, ਤਾਂ ਇਹਦਾ ਫੁੱਟ ਦਾ weight ਵੀ ਨੀਚੇ ਨੂੰ ਐਕਟ ਕਰੂਗਾ। ਸੋ ਨਾਰਮਲ ਰਿਐਕਸ਼ਨ ਦੇ ਦੋ ਕੰਪੋਨੈਂਟ ਹੋਣਗੇ, ਇੱਕ ਇੱਧਰ ਨੂੰ ਕੰਪੋਨੈਂਟ ਹੋਊਗਾ RH ਹੌਰੀਜ਼ੌਨਟਲ ਕੰਪੋਨੈਂਟ, ਇੱਕ ਵਰਟੀਕਲ ਕੰਪੋਨੈਂਟ। ਜਿਹੜਾ R ਵਰਟੀਕਲ ਕੰਪੋਨੈਂਟ ਹੋਊਗਾ ਉਹ ਕੀ ਹੈਗਾ, weight ਨੂੰ ਕੀ ਹੈਗਾ, ਕੈਂਸਲ ਕਰ ਦੂਗਾ, ਠੀਕ ਹੈ। ਸੋ ਆਪਣੇ ਕੋਲ RH ਕੰਪੋਨੈਂਟ ਰਹੇਗਾ, ਉਹ ਅੱਗੇ ਵੱਲ ਨੂੰ ਆਪਾਂ ਫਾਰਵਰਡ ਹੋਵਾਂਗੇ। ਇਸ ਕਰਕੇ ਕੀ ਹੈ, ਜਦੋਂ ਆਪਾਂ ਫੁੱਟ ਸਟੈਪ ਕਰ ਦਿਆਂਗੇ ਆਪਾਂ ਨੂੰ ਅੱਗੇ ਨੂੰ ਕੀ ਹੈਗਾ, ਮੋਮੈਂਟਮ ਮਿਲਦਾ ਹੈਗਾ, ਜਾਂ ਆਪਣੇ ਕੋਲ ਅੱਗੇ ਨੂੰ ਕੀ ਆ, ਪੁਸ਼ ਮਿਲਦਾ, ਠੀਕ ਹੈ। ਇਹਦੀਆਂ ਕਾਫੀ ਸਾਰੀਆਂ ਐਗਜ਼ਾਮਪਲਸ ਨੇ ਨਿਊਟਨ ਥਰਡ ਲਾ ਦੀਆਂ। ਦੇਖੋ ਐਗਜ਼ਾਮਪਲ ਤਾਂ ਆਪਣੇ ਸਿਲੇਬਸ ਨਹੀਂ ਹੈਗੀਆਂ, ਇਸ ਕਰਕੇ ਮੈਂ ਨਹੀਂ ਕਰਵਾ ਰਿਹਾ ਹੈਗਾ, ਬਸ ਤੁਸੀਂ ਪੜ੍ਹ ਲਿਓ ਬੁੱਕਸ ਤੋਂ ਐਕਸਟਰਾ ਨੌਲੇਜ ਵਾਸਤੇ। ਇੱਕ ਜਿਵੇਂ ਰਾਕਟ ਜਿਹੜੀ ਹੁੰਦੇ ਆ, ਰਾਕਟਸ ਹੁੰਦੇ ਨੇ, ਠੀਕ ਆ, ਉਹ ਕੀ ਕਰਦੇ ਨੇ, ਆਪਣੇ ਕੋਲ ਗੈਸਸ ਦਾ ਜਿਹੜਾ ਥਰਸਟ ਆ ਉਹ ਨੀਚੇ ਨੂੰ ਪੁਸ਼ ਕਰਦੇ ਨੇ ਅਰਥ 'ਤੇ, ਠੀਕ ਆ, ਫੋਰਸ ਨਾਲ, ਤਾਂ ਉਹਦੇ ਬਿਲਕੁਲ ਆਪੋਜ਼ਿਟ ਉਹਨੂੰ ਰਿਐਕਸ਼ਨ ਮਿਲਦਾ ਗਾ, ਅਰਥ ਵੀ ਰਿਐਕਸ਼ਨ ਦਿੰਦੀ ਹੈਗੀ, ਠੀਕ ਆ, ਉੱਪਰ ਵੱਲ ਨੂੰ, ਤਾਂ ਇਸ ਕਰਕੇ ਰਾਕਟ ਉੱਪਰ ਵੱਲ ਨੂੰ ਜਾ ਰਿਹਾ ਜਾਂਦਾ ਹੁੰਦਾ, ਠੀਕ ਹੈ ਜੀ। ਇਹ ਵੀ ਇਹਦੀ ਇੱਕ ਐਗਜ਼ਾਮਪਲ ਆ ਗਈ। ਓਕੇ ਜੀ, ਇਹ ਯਾਦ ਰੱਖਣਾ, ਨਿਊਟਨ ਦੀ ਥਰਡ ਲਾ ਦੀ ਸਟੇਟਮੈਂਟ ਅਤੇ ਉਹਦੀ ਐਕਸਪਲੇਨੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈਗੀ, ਐਗਜ਼ਾਮਪਲ ਰਾਹੀਂ ਐਕਸਪਲੇਨ ਕਰ ਦਿਓ ਬਸ, ਜੇ ਆਪਣੇ ਕੋਲ ਆਰਟੀਕਲ ਆਇਆ। ਹੁਣ ਅਗਲਾ ਹੈਗਾ ਜਿਹੜਾ ਟੌਪਿਕ ਆ, ਸੈਕੰਡ ਲਾ ਇਜ਼ ਦਾ ਰੀਅਲ ਲਾ ਆਫ ਮੋਸ਼ਨ। ਜਿਹੜਾ ਸੈਕੰਡ ਲਾ ਕੀ ਹੈਗਾ, ਉਹ ਰੀਅਲ ਲਾ ਆਫ ਮੋਸ਼ਨ ਆ। ਸੈਕੰਡ ਲਾ ਰੀਅਲ ਲਾ ਆਫ ਮੋਸ਼ਨ ਦਾ ਮਤਲਬ ਕੀ ਹੈਗਾ, ਵੀ ਆਪਾਂ ਸੈਕੰਡ ਲਾ ਤੋਂ ਜਿਹੜੇ ਫਸਟ ਲਾ ਤੇ ਥਰਡ ਲਾ ਉਹ ਡਰਾਈਵ ਕਰ, ਫਸਟ ਲਾ ਤੇ ਥਰਡ ਲਾ ਡਰਾਈਵ ਕਰ ਸਕਦਾ, ਠੀਕ ਹੈ ਜੀ। ਹੁਣ ਪਹਿਲਾ ਕੇਸ ਹੈਗੀ, ਆਪਾਂ ਕੀ ਹੈਗਾ, ਫਸਟ ਲਾ ਕੀ ਹੈਗਾ, ਆਪਾਂ ਡਰਾਈਵ F ਇਜ਼ ਇਕੁਅਲ ਟੂ ma ਵੈਕਟਰ। ਓਕੇ, ਹੁਣ ਫਸਟ ਲਾ ਕੀ ਕਹਿੰਦਾ ਸੀਗਾ, ਵੀ ਐਕਸਟਰਨਲ ਫੋਰਸ ਨਾ ਲੱਗੇ, ਹੈ ਨਾ। ਸੋ ਆਪਾਂ ਫੋਰ ਐਗਜ਼ਾਮਪਲ ਸਪੋਜ਼ ਕਰ ਲੈਂਦੇ ਹਾਂ ਵੀ ਕਿ ਬੋਡੀ ਤੇ ਐਕਸਟਰਨਲ ਫੋਰਸ ਨਹੀਂ ਲੱਗ ਰਹੀ, ਸੋ F ਕੀ ਹੋ ਗਿਆ ਆਪਣੇ ਕੋਲ, ਜ਼ੀਰੋ ਵੈਕਟਰ। ਸੋ ਜ਼ੀਰੋ ਵੈਕਟਰ ਇਜ਼ ਇਕੁਅਲ ਟੂ ma ਵੈਕਟਰ। ਸੋ ਇਹ ਆਪਣੇ ਕੋਲ ਕਿ m ਕੀ ਕਾਂਸਟੈਂਟ ਹੈਗਾ, ਸੋ m ਜ਼ੀਰੋ ਨਹੀਂ ਹੋ ਸਕਦਾ, ਸੋ ਕੀ ਹੋਊਗਾ, a ਜ਼ੀਰੋ ਹੋਊਗਾ। ਸੋ ਆਪਣੇ ਕੋਲ ਐਕਸਲੇਸ਼ਨ ਜ਼ੀਰੋ ਹੋ ਗਿਆ, ਐਕਸਲੇਸ਼ਨ ਜ਼ੀਰੋ ਹੋ ਗਿਆ। ਹੁਣ ਆਪਣੇ ਕੋਲ ਜਿਹੜੀ ਇਕੁਏਸ਼ਨ ਆਫ ਮੋਸ਼ਨ ਨੇ, ਜਿਹੜੀ ਫਸਟ ਇਕੁਏਸ਼ਨ ਆਫ ਮੋਸ਼ਨ ਆ, v ਇਜ਼ ਇਕੁਅਲ ਟੂ u ਪਲੱਸ at ਤੁਸੀਂ ਕਰਕੇ ਆਏ ਹੋਵੋਗੇ, ਇੱਥੇ ਵੈਲਿਊ ਪੁੱਟ ਕਰੋ a ਦੀ। ਸੋ v ਕੀ ਹੋ ਗਿਆ ਆਪਣੇ ਕੋਲ, u ਵੈਕਟਰ। ਇਹ ਆਪਣੇ ਕੋਲ ਕੀ ਹੈ, ਇਨੀਸ਼ੀਅਲ ਵੈਲੋਸਿਟੀ, ਇਹ ਆਪਣੇ ਕੋਲ ਹੈਗਾ ਫਾਈਨਲ ਵੈਲੋਸਿਟੀ। ਹੁਣ ਤੁਸੀਂ ਦੇਖੋ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਸੇਮ ਨੇ, ਠੀਕ ਆ। ਹੁਣ ਮਤਲਬ ਕੀ ਹੈਗਾ, ਜਾਂ ਤਾਂ ਜਦੋਂ ਤੁਹਾਡੇ ਕੋਲ ਨੈਟ ਐਕਸਟਰਨਲ ਫੋਰਸ ਨਹੀਂ ਲੱਗ ਰਹੀ ਤਾਂ ਕੀ ਹੈਗਾ, ਬੋਡੀ ਕੀ ਰਹੂਗੀ, ਯੂਨੀਫਾਰਮ ਮੋਸ਼ਨ 'ਚ ਰਹੂਗੀ, ਕਾਂਸਟੈਂਟ ਵੈਲੋਸਿਟੀ ਹੋਊਗੀ, ਜਾਂ ਕੀ ਹੋ ਸਕਦਾ ਇਹ ਜ਼ੀਰੋ ਵੀ ਹੋ ਸਕਦੀ ਨਾ, ਡਿਪੈਂਡ ਕਰਦਾ, ਜੇ ਰੈਸਟ 'ਤੇ ਆ ਕੇ ਜ਼ੀਰੋ ਹੋਊਗੀ ਤਾਂ ਚੇਂਜ ਨਹੀਂ ਹੋਊਗੀ, ਤਾਂ ਆਪਣੇ ਆਪ ਆਪਣੀ ਸਟੇਟ ਚੇਂਜ ਨਹੀਂ ਕਰੂਗੀ। ਸੋ ਸਾਨੂੰ ਇੱਥੋਂ ਕੀ ਪਤਾ ਲੱਗ ਰਿਹਾ ਹੈਗਾ ਕਿ ਜਿਹੜਾ
फस्ट ला गा वो सैकंड ला दे विच ही कंटेन आगा, जे आपां कह सकदे हां सैकंड ला तो असीं फस्ट ला ड्राइव कर सकते हैं। ठीक है, हुण अगला अपने को थर्ड ला ड्राइव किवें करना, इंपोर्टेंट आर्टिकल है इसलिए मैं करवा रहा। हुण थर्ड ला किवें आपां ड्राइव करना गा, इहदे विच आपां सपोज करना गा कि कि दो बॉडीज़ ने ए ते बी। ठीक है, जिहड़ी बॉडी ए हैगी, डायग्राम देखो, बॉडी ए जिहड़ी हैगी वो की हैगी बी ते फोर्स लगा रही हैगी एफ ए बी वैक्टर। जिहड़ी बॉडी बी हैगी ਉਹਦੇ ठीक है ਉਹਨੂੰ रिएक्शन प्रोवाइड कर रही हैगी वो हैगी अपने को बी ए वैक्टर। ठीक है, ओके जी। हुण देखो न्यूटन जिहड़ा सैकंड ला है, न्यूटन सैकंड ला की कह रहा सीगा, द रेट ऑफ चेंज इन मोमेंटम इज इक्वल टू द नैट अप्लाइड फोर्स, यही सी ना। तो अपने को सपोज कर लो भी पी ए का मोमेंटम है, ये की है रेट ऑफ चेंज इन मोमेंटम है कि बॉडी के ए बॉडी के कि करके होयागा, बॉडी बी ने जो फोर्स लगाई हैगी। ठीक है, सो ये अपने को एफ बी ए दे इक्वल होगा अकॉर्डिंग टू न्यूटन सैकंड ला। सिमिलरली की होगा ये अपने को बी दे विच भी, जी बॉडी बी ते वो अपने को की हो जाऊगा एफ ए बी वैक्टर। मतलब जी आ फोर्स है कि लग रही हैगी बी ते लग रही है, कि द्वारा लग रही है ए द्वारा। ठीक है, सो जे अपन ऐड कर देंगे ताकि मतलब डी पी ए दोनों इक्वेशन को ऐड डी टी एफ बी ए वैक्टर प्लस एफ ए बी वैक्टर। ओके जी, सुन ध्यान दो, मैं डी बाई डी टी कॉमन लैके पी ए वैक्टर प्लस पी वी कर सकदा। ठीक है जी, डेरीवेशन डिफरेंशिएशन इस तरह कर सकते हैं आप। ओके जी, ये अपने को इस तरह ही रहूगा एफ ए बी वैक्टर। हुण ये अपने को की हैगा, ये हैगा दोनों बॉडी का मोमेंटम का सम, मतलब क्या टोटल मोमेंटम ऑफ द सिस्टम हो गया। ठीक है, डी इज इक्वल टू क्या हो गया अपने को टोटल मोमेंटम लिख सकते हैं आप, टोटल मोमेंटम ऑफ द सिस्टम हो गया। ठीक है, ये अपने को हैगा वी ए प्लस ए बी। हुण देखो जी, जिहड़ा अपना सिस्टम आगा इनू आपां की हैगा इस तरह प्लेस किया है भी इहदे ते कोई एक्सटर्नल फोर्स नहीं लग रही, नो एक्सटर्नल फोर्स एक्टिंग ऑन दिस सिस्टम। जो एक्सटर्नल फोर्स नहीं लग रही इट मीनस की हैगा, जी एक्सटर्नल फोर्स नहीं लग रही इट मीनस कि हम न्यूटन से ला के कहता सीगा भी जे एक्सटर्नल फोर्स नहीं लग रही तो जो अपने को रेट ऑफ चेंज मोमेंटम जीरो हो जाए, सिंपल जी गल यही है ना। ओके, एक्सटर्नल फोर्स के इक्वल ही होंगे ना, रेट ऑफ चेंज ऑफ मोमेंटम ऑफ द सिस्टम इज इक्वल टू द नैट अपलाइड एक्सटर्नल फोर्स। हुण पर कि फोर्सा लग रही ने विद इन द सिस्टम ने, अंदर ने सिस्टम के, बाहरों कोई फोर्स नहीं लग रही, सो नो एक्सटर्नल फोर्स है। तो इस करके की अपने को जो ए वाला चेंज इन मोमेंटम आगा वो की हो जाए जीरो हो जाएगा। सो जे जीरो हो गया अपने को एफ ए बी वैक्टर इक्वल टू हो गया माइनस एफ बी ए वैक्टर थे। ठीक है, उधर जाके माइनस हो गया। सो ये है अपने को विच इज न्यूटन थर्ड ला। सो इतों की है अपने को पता लग रहा है कि फॉर एवरी एक्शन देयर इज एन इक्वल एंड ऑपरेटर रिएक्शन। ओके, सो कितों ड्राइव किया अपन न्यूटन सैकंड ला तो शुरू किया, थर्ड ला ते पहुँच गए। ओके, सो वी कैन से ਜਿਹੜਾ थर्ड ला का थर्ड ला is also contained in the second law, or we can say from second law we can derive third law of motion. Okay, this is very important article आ कई बार पूछ लेंदे ने explain or prove that Newton's second law is a real law of motion. ठीक है, ਜਿਹੜਾ second law of motion आगा ना ये किसी भी जगह ते यूनीवर्सल ला आगा, किसी भी जगह ते इनर्शियल फ्रेम ऑफ रेफरेंस ने, नॉन इनर्शियल फ्रेम ऑफ रेफरेंस ने, उत्थे क्या है वैलिड आगा।